ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਦੀ ਚੈਨਲ। ਸੋ ਉਮੀਦ ਕਰਦੇ ਹਾਂ ਕਿ ਤੁਹਾਡੀ 5994 ETT ਜੋ ਪੋਸਟ ਆਈਆਂ ਨੇ ਉਹਨਾਂ ਦੇ ਲਈ ਸਾਇੰਸ ਦੀ ਪ੍ਰੈਪਰੇਸ਼ਨ ਵਧੀਆ ਚੱਲ ਰਹੀ ਹੋਏਗੀ। ਤੇ ਇਸੇ ਸੀਰੀਜ਼ ਦੇ ਵਿੱਚ ਜੋ ਅੱਜ ਆਪਾਂ ਨਵਾਂ ਚੈਪਟਰ ਲੈ ਕੇ ਆਏ ਹਾਂ ਉਹ ਹੈ ਕਲਾਸ 9th ਦੀ ਸਾਇੰਸ ਦਾ ਆਪਣੇ ਕੋਲ ਚੈਪਟਰ ਨੰਬਰ 6 ਦੈਟ ਇਜ਼ ਟਿਸ਼ੂਜ਼। ਠੀਕ ਹੈ ਜੀ, ਤੇ ਆਪਾਂ ਅੱਜ ਟਿਸ਼ੂਜ਼ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਗਰ ਆਪਾਂ ਸਟਾਰਟ ਕਰੀਏ ਤਾਂ ਟਿਸ਼ੂਜ਼ ਹੁੰਦੇ ਕੀ ਨੇ? ਟਿਸ਼ੂਜ਼ ਆਰ ਨਥਿੰਗ ਬਟ ਅ ਗਰੁੱਪ ਆਫ ਸੈਲਸ। ਜਦੋਂ ਕਾਫੀ ਸਾਰੇ ਸੈਲਸ ਮਿਲ ਕੇ ਹੈ ਨਾ ਇੱਕ ਗਰੁੱਪ ਬਣਾਉਂਦੇ ਨੇ ਟੂ ਪਰਫਾਰਮ ਅ ਸਰਟਨ ਫੰਕਸ਼ਨਸ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਟਿਸ਼ੂਜ਼। ਠੀਕ ਹੈ, ਹੁਣ ਟਿਸ਼ੂਜ਼ ਕਿਸ ਤੋਂ ਬਣਦੇ ਨੇ? ਸੈਲਸ ਤੋਂ। ਠੀਕ ਹੈ, ਐਂਡ ਜਿੰਨੇ ਵੀ ਆਪਣੇ ਲਿਵਿੰਗ ਆਰਗੈਨਿਜ਼ਮਸ ਨੇ, ਚਾਹੇ ਮਲਟੀ ਸੈਲੂਲਰ ਨੇ ਚਾਹੇ ਯੂਨੀਸੈਲੂਲਰ ਨੇ, ਦੇ ਆਰ ਕੰਪੋਜ਼ਡ ਆਫ ਸੈਲਸ। ਠੀਕ ਹੈ, ਜਦੋਂ ਸੈਲਸ ਇਕੱਠੇ ਹੋ ਕੇ ਗਰੁੱਪ ਬਣਾ ਲੈਂਦੇ ਨੇ ਉਹਦਾ ਬਣ ਜਾਂਦਾ ਟਿਸ਼ੂਜ਼। ਐਂਡ ਟਿਸ਼ੂਜ਼ ਤੋਂ ਅੱਗੇ ਬਣਦੇ ਨੇ ਆਰਗਨਸ, ਆਰਗਨਸ ਤੋਂ ਬਣਦਾ ਆਰਗਨ ਸਿਸਟਮ ਐਂਡ ਦੈਨ ਆਰਗੈਨਿਜ਼ਮ। ਠੀਕ ਹੈ ਜੀ, ਹੁਣ ਆਪਣੇ ਜਿਹੜੇ ਮਲਟੀ ਸੈਲੂਲਰ ਆਰਗੈਨਿਜ਼ਮਸ ਹੁੰਦੇ ਨੇ ਨਾ ਉਹਨਾਂ ਦੇ ਉਹ ਇੱਕ ਪ੍ਰੋਸੈਸ ਸ਼ੋ ਕਰਦੇ ਨੇ ਦੈਟ ਇਜ਼ ਡਿਵੀਜ਼ਨ ਆਫ ਲੇਬਰ। ਡਿਵੀਜ਼ਨ ਆਫ ਲੇਬਰ ਮੀਨਸ ਕਿ ਜੋ ਆਪਣੇ ਸੈਲਸ ਨੇ ਉਹ ਟਿਸ਼ੂ 'ਚ ਬਣ ਕੇ ਫਿਰ ਡਿਫਰੈਂਟ ਫੰਕਸ਼ਨਸ ਨੂੰ ਪਰਫਾਰਮ ਕਰਦੇ ਨੇ। ਕੁਛ ਗਰੁੱਪਸ ਅਲੱਗ ਫੰਕਸ਼ਨ ਪਰਫਾਰਮ ਕਰਦੇ ਨੇ, ਕੁਛ ਗਰੁੱਪਸ ਅਲੱਗ ਫੰਕਸ਼ਨ ਪਰਫਾਰਮ ਕਰਦੇ ਨੇ। Now this cluster of cells called a tissue is arranged and designed so as to give the highest possible efficiency of function। ਤੇ ਆਪਣੇ ਕੋਲ ਐਗਜ਼ਾਮਪਲਸ ਕੀ ਨੇ? ਜਿਵੇਂ ਕਿ ਆਪਣਾ ਬਲੱਡ ਉਹ ਵੀ ਟਿਸ਼ੂ ਹੈ, ਫਲੋਇਮ, ਮਸਲਸ, ਇਹ ਸਾਰੇ ਆਪਣੇ ਕੋਲ ਕੀ ਨੇ? ਟਿਸ਼ੂਜ਼। ਸੈਲਸ ਮਿਲ ਕੇ ਇੱਕ ਸਿਸਟਮ ਦੇ ਵਿੱਚ ਵਰਕ ਕਰਦੇ ਨੇ ਟੂ ਪਰਫਾਰਮ ਸਰਟਨ ਫੰਕਸ਼ਨਸ। ਠੀਕ ਹੈ ਜੀ, ਨਾਓ ਅ ਗਰੁੱਪ ਆਫ ਸੈਲਸ that are similar in structure and work together to achieve a particular function is called tissues। ਨੈਕਸਟ ਹੈ ਕਿ ਆਪਣੇ ਜੋ ਪਲਾਂਟਸ ਐਂਡ ਐਨੀਮਲਸ ਨੇ ਕਿ ਉਹਨਾਂ ਦੇ ਜਿਹੜੇ ਟਿਸ਼ੂਜ਼ ਨੇ ਉਹ ਸੇਮ ਨੇ ਜਾਂ ਉਹਨਾਂ 'ਚ ਕੀ ਡਿਫਰੈਂਸਿਸ ਨੇ ਉਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕੁਛ ਡਿਫਰੈਂਸਿਸ ਹੈਗੇ ਨੇ, ਬਿਲਕੁਲ ਨੋਟਿਸੇਬਲ ਡਿਫਰੈਂਸਿਸ ਨੇ। ਨੰਬਰ 1 ਇਜ਼ ਕਿ ਜਿਹੜੇ ਹੁਣ ਆਪਾਂ ਦੇਖੀਏ ਜੋ ਆਪਣੇ ਪਲਾਂਟਸ ਨੇ ਉਹ ਸਟੇਸ਼ਨਰੀ ਨੇ, ਮਤਲਬ ਕਿ ਇੱਕ ਜਗ੍ਹਾ ਤੇ ਫਿਕਸ ਨੇ, ਉਹ ਮੂਵ ਨਹੀਂ ਕਰਦੇ। ਸੋ ਉਹਨਾਂ ਨੂੰ ਕੀ ਚਾਹੀਦੇ ਹੁੰਦੇ ਨੇ? ਸੋ ਦੇ ਰਿਕੁਆਇਰ ਅ ਲਾਰਜ ਕੁਆਂਟਿਟੀ ਆਫ ਸਪੋਰਟਿਵ ਟਿਸ਼ੂਜ਼ ਐਂਡ ਸਪੋਰਟਿਵ ਟਿਸ਼ੂਜ਼ ਚਾਹੀਦੇ ਨੇ ਜੋ ਉਹਨਾਂ ਨੂੰ ਇੱਕ ਜਗ੍ਹਾ ਤੇ ਸਟਰੈਂਥ ਦੇ ਸਕਣ, ਉੱਥੇ ਹੀ ਉਹਨਾਂ ਦੀ ਗਰੋਥ ਹੈ ਜਿਹੜੀ ਉਹ ਕਰ ਸਕਣ। ਠੀਕ ਹੈ, ਤੇ ਐਵੇਂ ਦੇ ਜਿਹੜੇ ਸਪੋਰਟਿਵ ਟਿਸ਼ੂਜ਼ ਹੁੰਦੇ ਨੇ ਨਾ ਉਹ ਯੂਜੂਅਲੀ ਡੈਡ ਸੈਲਸ ਦੇ ਬਣੇ ਹੁੰਦੇ ਨੇ। ਜੇ ਡੈਡ ਸੈਲਸ ਦੇ ਬਣੇ ਹੋਏ ਨੇ ਉਹ ਵਾਲੇ ਟਿਸ਼ੂਜ਼ ਤਾਂ ਮਤਲਬ ਟਿਸ਼ੂਜ਼ ਵੀ ਕੀ ਹੋਣਗੇ? ਕਾਈਂਡ ਆਫ ਡੈਡ ਟਿਸ਼ੂਜ਼। ਠੀਕ ਹੈ, ਹੁਣ ਜਿਹੜੇ ਐਨੀਮਲਸ ਨੇ ਉਹ ਕੀ ਕਰਦੇ ਨੇ? ਦੇ ਮੂਵ ਅਰਾਊਂਡ ਇਨ ਸਰਚ ਆਫ ਫੂਡ, ਸ਼ੈਲਟਰ, ਹੈ ਨਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉਹ ਜਾਂਦੇ ਨੇ, ਤਾਂ ਕਰਕੇ ਉਹਨਾਂ ਦੇ ਜਿਹੜੇ ਸੈਲਸ ਹੁੰਦੇ ਨੇ ਉਹ ਵੀ ਲਿਵਿੰਗ ਹੁੰਦੇ ਨੇ ਐਂਡ ਉਹਨਾਂ ਦੇ ਜਿਹੜੇ ਟਿਸ਼ੂਜ਼ ਹੁੰਦੇ ਨੇ ਉਹ ਵੀ ਕੀ ਹੁੰਦੇ ਨੇ? ਲਿਵਿੰਗ ਹੁੰਦੇ ਨੇ। ਦੂਜਾ ਜਿਹੜਾ ਇਹਨਾਂ ਦੇ ਵਿੱਚ ਡਿਫਰੈਂਸ ਹੈ ਉਹ ਹੈ ਪੈਟਰਨ ਆਫ ਗਰੋਥ ਦਾ। ਹੁਣ ਦੇਖੋ ਜਿਹੜੇ ਪਲਾਂਟਸ ਨੇ ਨਾ ਉਹਨਾਂ ਦੇ ਵਿੱਚ ਜਿਹੜੀ ਗਰੋਥ ਹੁੰਦੀ ਹੈ ਉਹ ਲਿਮਿਟਡ ਹੁੰਦੀ ਹੈ, ਸਰਟਨ ਰੀਜਨਸ ਦੇ ਵਿੱਚ ਹੁੰਦੀ ਹੈ, ਜਦਕਿ ਜਿਹੜਾ ਐਨੀਮਲਸ ਨੇ ਉਹਨਾਂ ਦੇ ਹਰੇਕ ਪਾਰਟ ਨੇ, ਹਰੇਕ ਸੈੱਲ ਨੇ ਗਰੋ ਕਰਨਾ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਔਨ ਦ ਬੇਸਿਸ ਆਫ ਦਿਸ ਕਿ ਡਿਫਰੈਂਟ ਆਪਣੇ ਕੋਲ ਜਿਹੜੇ ਟਿਸ਼ੂਜ਼ ਨੇ ਕਿਹੜੇ ਨੇ? ਪਲਾਂਟ ਟਿਸ਼ੂਜ਼ ਨੂੰ ਆਪਾਂ ਦੋ ਟਾਈਪਸ 'ਚ ਡਿਵਾਈਡ ਕਰ ਸਕਦੇ ਹਾਂ। ਨੰਬਰ 1 ਗਰੋਇੰਗ ਟਿਸ਼ੂਜ਼ ਐਂਡ ਨੰਬਰ 2 ਇਜ਼ ਪਰਮਾਨੈਂਟ ਟਿਸ਼ੂਜ਼। ਠੀਕ ਹੈ, ਇਹਨਾਂ ਦੇ ਬਾਰੇ ਹੁਣ ਆਪਾਂ ਥੋੜਾ ਜਿਹਾ ਅੱਗੇ ਡਿਟੇਲ 'ਚ ਪੜਾਂਗੇ। ਸਭ ਤੋਂ ਪਹਿਲਾਂ ਆਉਂਦੇ ਨੇ, ਹੁਣ ਆਪਾਂ ਪਲਾਂਟ ਟਿਸ਼ੂਜ਼ ਐਂਡ ਐਨੀਮਲ ਟਿਸ਼ੂਜ਼ ਦੇ ਬਾਰੇ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਉਂਦੇ ਨੇ ਆਪਣੇ ਕੋਲ ਪਲਾਂਟ ਟਿਸ਼ੂਜ਼। ਪਲਾਂਟ ਟਿਸ਼ੂਜ਼ ਦੇ ਬਾਰੇ ਗੱਲ ਕਰੀਏ ਤਾਂ ਪਲਾਂਟ ਟਿਸ਼ੂਜ਼ ਆਪਾਂ ਦੇਖੇ ਨੇ ਕਿ ਦੋ ਤਰ੍ਹਾਂ ਦੇ ਹੁੰਦੇ ਨੇ, ਮੈਰਿਸਟੇਮੈਟਿਕ ਐਂਡ ਪਰਮਾਨੈਂਟ। ਮੈਰਿਸਟੇਮੈਟਿਕ ਨੂੰ ਆਪਾਂ ਗਰੋਇੰਗ ਟਿਸ਼ੂ ਵੀ ਕਹਿੰਦੇ ਆ। ਠੀਕ ਹੈ, ਸੋ ਸਭ ਤੋਂ ਪਹਿਲਾਂ ਮੈਰਿਸਟੇਮੈਟਿਕ ਟਿਸ਼ੂਜ਼ ਕੀ ਹੁੰਦੇ ਨੇ? ਉਹ ਟਿਸ਼ੂਜ਼ ਜਿਹੜੇ ਕਿ ਪਲਾਂਟ ਦੇ ਇੱਕ ਸਰਟਨ ਰੀਜਨ ਦੇ ਵਿੱਚ ਹੀ ਗਰੋਥ ਕਰਦੇ ਹੋਣ ਜਾਂ ਉੱਥੇ ਗਰੋਥ ਕਰਵਾਉਣ, ਉਹਨਾਂ ਨੂੰ ਕਹਿੰਦੇ ਆ ਮੈਰਿਸਟੇਮੈਟਿਕ ਟਿਸ਼ੂਜ਼। ਦ ਗਰੋਥ ਆਫ ਪਲਾਂਟਸ ਅਕਰ ਓਨਲੀ ਇਨ ਸਰਟਨ ਸਪੈਸੀਫਿਕ ਰੀਜਨਸ। ਠੀਕ ਹੈ, ਦਿਸ ਇਜ਼ ਬਿਕੋਜ਼ ਦ ਡਿਵਾਈਡਿੰਗ ਟਿਸ਼ੂ, ਜਿਹੜੇ ਟਿਸ਼ੂਜ਼ ਕਰਕੇ ਪਲਾਂਟ ਦੇ ਇੱਕ ਸਰਟਨ ਰੀਜਨ ਦੇ ਵਿੱਚ ਹੀ ਗਰੋਥ ਹੁੰਦੀ ਹੋਵੇ ਉਹਨੂੰ ਕਵਾਂਗੇ ਆਪਾਂ ਮੈਰਿਸਟੇਮੈਟਿਕ ਟਿਸ਼ੂ। ਠੀਕ ਹੈ, ਹੁਣ ਡਿਪੈਂਡ ਕਰਦਾ ਕਿ ਇਹ ਮੈਰਿਸਟੇਮੈਟਿਕ ਟਿਸ਼ੂ ਹੈ ਜਿਹੜਾ ਇਹ ਕਿੱਥੇ ਕਿੱਥੇ ਪ੍ਰੈਜ਼ੈਂਟ ਹੈ, ਉਹਦੇ ਬੇਸਿਸ ਤੇ ਆਪਣੇ ਕੋਲੇ 3 ਤਰ੍ਹਾਂ ਦੇ ਹੁੰਦੇ ਨੇ ਮੈਰਿਸਟੇਮੈਟਿਕ ਟਿਸ਼ੂਜ਼। ਨੰਬਰ 1 ਇਜ਼ ਐਪੀਕਲ ਮੈਰਿਸਟੇਮੈਟਿਕ ਟਿਸ਼ੂ, ਨੰਬਰ 2 ਇਜ਼ ਇੰਟਰਕੈਲਰੀ ਐਂਡ ਨੰਬਰ 3 ਇਜ਼ ਲੇਟਰਲ। ਠੀਕ ਹੈ ਜੀ, ਹੁਣ ਇਹਨਾਂ ਦੇ ਬਾਰੇ ਰੀਡ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਐਪੀਕਲ, ਜਿਹੜੇ ਬਿਲਕੁਲ ਇੱਥੇ ਟੌਪ ਤੇ ਨੇ। ਠੀਕ ਹੈ, ਐਪੀਕਲ ਮੈਰਿਸਟੇਮੈਟਿਕ ਕੀ ਹੁੰਦੇ ਨੇ? ਐਪੀਕਲ ਮੈਰਿਸਟਮ ਇਜ਼ ਪ੍ਰੈਜ਼ੈਂਟ ਐਟ ਦ ਗਰੋਥ ਆਫ stems and roots and increases the length of stem and root। ਇਹ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ? ਜਾਂ ਤਾਂ ਰੂਟਸ 'ਚ ਪ੍ਰੈਜ਼ੈਂਟ ਹੋਣਗੇ ਜਾਂ ਸਟੈਮ ਦੀ ਬਿਲਕੁਲ ਟਿਪ ਤੇ ਪ੍ਰੈਜ਼ੈਂਟ ਹੋਣਗੇ। ਠੀਕ ਹੈ,
ਉਸ ਤੋਂ ਬਾਅਦ ਜਿਹੜੇ ਆਪਣੇ ਇੰਟਰਕੈਲਰੀ ਹੁੰਦੇ ਨੇ, ਇੰਟਰਕੈਲਰੀ ਉੱਥੇ ਪ੍ਰੈਜ਼ੈਂਟ ਹੋਣਗੇ ਜਿੱਥੋਂ ਪਲਾਂਟ ਦੀ ਕੋਈ ਨਾ ਕੋਈ ਨੋਡ ਹੈ ਜਿਹੜੀ ਉਹ ਨਿਕਲਦੀ ਹੋਵੇ, ਮੀਨਸ ਕਿ ਇਹਨਾਂ ਨੇ ਆ ਜਿਹੜੀ ਨੋਡ ਨਿਕਲ ਰਹੀ ਹੈ ਇਸ ਦੀ ਗਰੋਥ ਕਰਾਉਣੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਆਉਂਦੇ ਨੇ ਲੇਟਰਲ। ਲੇਟਰਲ ਜਿਹੜੇ ਆਪਣੇ ਹੁੰਦੇ ਨੇ ਉਹ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ, ਉਹ ਵੀ ਆਪਣੇ ਸਟੈਮ ਦੇ ਵਿੱਚ ਹੀ ਪ੍ਰੈਜ਼ੈਂਟ ਹੁੰਦੇ ਨੇ। ਠੀਕ ਹੈ ਜੀ, ਟੂ ਪ੍ਰੋਵਾਈਡ ਇਟ ਸਟਰੈਂਥ। ਉਸ ਤੋਂ ਬਾਅਦ ਜਿਹੜੇ ਮੈਰਿਸਟੇਮੈਟਿਕ ਟਿਸ਼ੂਜ਼ ਹੁੰਦੇ ਨੇ, ਟਿਸ਼ੂ ਸੈਲਸ ਤੋਂ ਬਣੇ ਹੁੰਦੇ ਨੇ। ਠੀਕ ਹੈ, ਇਹ ਵਾਲੇ ਜਿਹੜੇ ਸੈਲਸ ਹੁੰਦੇ ਨੇ ਨਾ, ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਡੈਂਸ ਸਾਈਟੋਪਲਾਜ਼ਮ ਹੁੰਦਾ ਹੈ। ਠੀਕ ਹੈ, ਸੈਲੂਲੋਜ਼ ਦੀਆਂ ਵਾਲਸ ਹੁੰਦੀਆਂ ਨੇ ਐਂਡ ਜਿਹੜਾ ਨਿਊਕਲੀਅਸ ਹੈ ਉਹ ਵੀ ਪ੍ਰੈਜ਼ੈਂਟ ਹੁੰਦਾ ਹੈ। ਠੀਕ ਹੈ ਜੀ, ਹੁਣ ਇਹ ਮੈਰਿਸਟੇਮੈਟਿਕ ਹੋ ਗਏ। ਨੈਕਸਟ ਆਪਣੇ ਕੋਲ ਆਉਂਦੇ ਨੇ ਪਰਮਾਨੈਂਟ ਟਿਸ਼ੂਜ਼। ਪਰਮਾਨੈਂਟ ਟਿਸ਼ੂਜ਼ ਕਿਹੜੇ ਹੁੰਦੇ ਨੇ? ਹੁਣ ਦੇਖੋ, ਕਹਿੰਦੇ ਨੇ ਕਿ ਜਦੋਂ ਆਪਣੇ ਮੈਰਿਸਟੇਮੈਟਿਕ ਟਿਸ਼ੂਜ਼ ਬਣਦੇ ਨੇ, ਠੀਕ ਹੈ ਜੀ, what happens to the cells formed by meristematic tissue? ਜਦੋਂ ਮੈਰਿਸਟੇਮੈਟਿਕ ਟਿਸ਼ੂਜ਼ ਗਰੋਥ ਕਰਾਉਂਦੇ ਨੇ ਤਾਂ ਹੁੰਦਾ ਕੀ ਹੈ, ਇੱਕ ਟਾਈਮ ਤੇ ਜਾ ਕੇ ਉਹ ਡਿਵਾਈਡ ਨਹੀਂ ਹੁੰਦੇ, ਮੀਨਸ ਕਿ ਗਰੋ ਕਰਨਾ ਹੈ ਜਿਹੜਾ ਉਹ ਬੰਦ ਕਰ ਦਿੰਦੇ ਨੇ, ਡਿਵਾਈਡ ਨਹੀਂ ਹੁੰਦੇ ਐਂਡ ਇੱਕ ਪਰਮਾਨੈਂਟ ਫਾਰਮ ਲੈ ਲੈਂਦੇ ਨੇ। ਜਦੋਂ ਉਹ ਪਰਮਾਨੈਂਟ ਜਿਹੜੇ ਟਿਸ਼ੂਜ਼ ਨੇ, this process of taking up a permanent shape, size and a function, ਠੀਕ ਹੈ, ਜਦੋਂ ਉਹ ਆਪਣੇ ਇੱਕ ਪਾਰਟਿਕੂਲਰ ਫੰਕਸ਼ਨ 'ਚ ਆ ਕੇ ਇੱਕ ਪਾਰਟਿਕੂਲਰ ਸ਼ੇਪ ਲੈ ਲਈ, ਠੀਕ ਹੈ, ਤਾਂ ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਡਿਫਰੈਂਸੀਏਸ਼ਨ। ਠੀਕ ਹੈ, ਐਂਡ ਉਦੋਂ ਜਿਹੜੇ ਉਹ ਟਿਸ਼ੂਜ਼ ਨੇ ਉਹ ਕੀ ਬਣ ਜਾਂਦੇ ਨੇ? ਪਰਮਾਨੈਂਟ ਟਿਸ਼ੂਜ਼। ਸੋ ਆਪਣੇ ਕੋਲ ਜਿਹੜੇ ਪਰਮਾਨੈਂਟ ਟਿਸ਼ੂਜ਼ ਨੇ ਇਹ ਦੋ ਤਰ੍ਹਾਂ ਦੇ ਨੇ, ਸਿੰਪਲ ਐਂਡ ਕੰਪਲੈਕਸ। ਜੇ ਆਪਾਂ ਸਿੰਪਲ ਪਰਮਾਨੈਂਟ ਟਿਸ਼ੂਜ਼ ਦੀ ਗੱਲ ਕਰੀਏ ਤਾਂ ਇਹ ਅੱਗੇ 5 ਟਾਈਪਸ ਦੇ ਨੇ। ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਪੈਰੇਨਕਾਈਮਾ। ਪੈਰੇਨਕਾਈਮਾ ਕੀ ਹੁੰਦਾ ਹੈ? ਪੈਰੇਨਕਾਈਮਾ ਜਿਹੜਾ ਹੁੰਦਾ ਨਾ, ਇਹ ਲਿਵਿੰਗ ਸੈੱਲ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਚੋਂ ਕੁਐਸਚਨ ਆ ਸਕਦਾ ਕਿ ਇਨਾਂ ਫਰੋਮ ਵਿਚ ਆਫ ਦ ਫੋਲੋਇੰਗ ਗਿਵਨ ਟਿਸ਼ੂਜ਼ ਐਕਸੈਪਸ਼ਨ ਕੀ ਹੈ, ਕਿ ਕਿਹੜਾ ਆਪਣਾ ਲਿਵਿੰਗ ਸੈੱਲ ਦਾ ਬਣਿਆ, ਕਿਹੜਾ ਡੈਡ ਸੈੱਲ ਦਾ ਬਣਿਆ। ਠੀਕ ਹੈ, ਸੋ ਸਭ ਤੋਂ ਪਹਿਲਾਂ ਸਿੰਪਲ ਪਰਮਾਨੈਂਟ ਟਿਸ਼ੂ ਦੇ ਵਿੱਚ ਵੀ ਹੈਵ ਪੈਰੇਨਕਾਈਮਾ, ਜੋ ਕਿ ਲਿਵਿੰਗ ਸੈੱਲ ਦਾ ਬਣਿਆ ਹੋਇਆ ਐਂਡ ਇਹਨਾਂ ਦੇ ਵਿੱਚ ਜਿਹੜੇ ਸੈਲਸ ਨੇ ਨਾ, ਉਹਦੇ ਵਿੱਚ ਬਹੁਤ ਜ਼ਿਆਦਾ ਲਾਰਜ ਸਪੇਸ ਹੈ ਜਿਹੜੀ ਉਹ ਪ੍ਰੈਜ਼ੈਂਟ ਹੁੰਦੀ ਹੈ। ਰੀਜ਼ਨ ਬਿਹਾਈਂਡ ਕਿ ਇਸ ਟਿਸ਼ੂ ਨੇ ਜਨਰਲੀ ਜਿਹੜਾ ਫੂਡ ਹੈ ਉਹਨੂੰ ਸਟੋਰ ਕਰਨਾ ਹੁੰਦਾ ਹੈ। ਨੈਕਸਟ ਆਪਣੇ ਕੋਲ ਆਉਂਦਾ ਕਲੋਰੇਨਕਾਈਮਾ। ਕਲੋਰੇਨਕਾਈਮਾ ਤੋਂ ਤੁਸੀਂ ਯਾਦ ਰੱਖਣਾ ਹੈ ਕਿ ਜਿਸ ਟਿਸ਼ੂ ਦੇ ਵਿੱਚ ਕਲੋਰੋਫਿਲ ਪ੍ਰੈਜ਼ੈਂਟ ਹੈ ਐਂਡ ਉਹ ਫੋਟੋਸਿੰਥੈਸਿਸ ਨੂੰ ਪਰਫਾਰਮ ਕਰ ਰਿਹਾ ਹੈ, ਉਹ ਟਿਸ਼ੂ ਹੋ ਜਾਏਗਾ ਕਲੋਰੇਨਕਾਈਮਾ। ਕਲੋਰੋਫਿਲ ਐਂਡ ਕਲੋਰੋ। ਠੀਕ ਹੈ, ਨੈਕਸਟ ਆ ਜਾਂਦਾ ਆਪਣੇ ਕੋਲ ਐਰੇਨਕਾਈਮਾ। ਨੈਕਸਟ ਵੀ ਹੈਵ ਐਰੇਨਕਾਈਮਾ। ਐਰੇਨਕਾਈਮਾ ਹੋਊਗਾ ਕਿ ਜਿਹੜਾ ਐਕੁਆਟਿਕ ਪਲਾਂਟਸ ਨੇ ਉਹਨਾਂ ਦੇ ਟਿਸ਼ੂਜ਼ ਦੇ ਵਿੱਚ ਕਾਫੀ ਜ਼ਿਆਦਾ ਲਾਰਜ ਏਅਰ ਕੈਵਿਟੀਜ਼ ਹੁੰਦੀਆਂ ਨੇ। ਠੀਕ ਹੈ, ਤਾਂ ਕਿ ਉਹ ਉੱਥੇ ਫਲੋਟ ਕਰ ਸਕਣ ਐਕੁਆਟਿਕ ਪਲਾਂਟਸ, ਤੇ ਉਹਨਾਂ ਦੇ ਵਿੱਚ ਜਿਹੜਾ ਪੈਰੇਨਕਾਈਮਾ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਐਰੇਨਕਾਈਮਾ। ਨੈਕਸਟ ਆਪਣੇ ਕੋਲ ਕੋਲੇਨਕਾਈਮਾ। ਪਲਾਂਟਸ ਦੇ ਵਿੱਚ ਜਿਹੜੀ ਫਲੈਕਸੀਬਿਲਿਟੀ ਹੁੰਦੀ ਹੈ ਉਹਦੇ ਹੋਣ ਦਾ ਰੀਜ਼ਨ ਹੈ ਕੋਲੇਨਕਾਈਮਾ। ਜਦੋਂ ਵੀ ਆਪਣਾ ਪਲਾਂਟ ਬੈਂਡ ਕਰਦਾ ਹੈ, ਜਾਂ ਉਹਨਾਂ ਦੇ ਜਿਹੜੇ ਜਿਵੇਂ ਆਪਣੇ ਕਲਾਈਂਬਰ ਪਲਾਂਟਸ ਹੁੰਦੇ ਨੇ, ਮਨੀ ਪਲਾਂਟ ਹੋ ਗਿਆ ਹੈ ਨਾ, ਉਹ ਬੈਂਡ ਕਰਦੇ ਨੇ ਐਂਡ ਉਹਨਾਂ ਦੇ ਸਟੈਮਸ ਨੇ ਜਿਹੜੇ ਉਹ ਫਿਰ ਵੀ ਬ੍ਰੇਕ ਡਾਊਨ ਨਹੀਂ ਕਰਦੇ, ਉਹ ਕਿਹਦੀ ਵਜ੍ਹਾ ਕਰਕੇ ਹੁੰਦੇ ਨੇ? ਬਿਕੋਜ਼ ਆਫ ਕੋਲੇਨਕਾਈਮਾ। ਠੀਕ ਹੈ ਜੀ, ਇਹ ਹੋ ਗਿਆ ਕਲੀਅਰ। ਸਭ ਤੋਂ ਪਹਿਲਾਂ ਆਪਣੇ ਕੋਲ ਸਿੰਪਲ ਕੰਪਲੈਕਸ ਟਿਸ਼ੂ ਦੇ ਵਿੱਚ ਆਪਣੇ ਕੋਲ ਆਉਂਦਾ ਪੈਰੇਨਕਾਈਮਾ। ਡਿਪੈਂਡ ਕਰਦਾ ਕਿ ਉਹ ਕੀ ਵਰਕ ਪਰਫਾਰਮ ਕਰ ਰਿਹਾ। ਯੂਜੂਅਲੀ ਉਹਦੇ ਵਿੱਚ ਲਾਰਜ ਸਪੇਸਿਸ ਹੁੰਦੀਆਂ ਨੇ ਜਿਹਦੇ ਕਰਕੇ ਉਹ ਫੂਡ ਸਟੋਰ ਕਰਦਾ। ਤੇ ਜੇ ਉਸ ਤੋਂ ਬਾਅਦ ਅੱਗੇ ਨੈਕਸਟ ਆਪਣੇ ਕੋਲ ਆਉਂਦਾ ਕੋਲੇਨਕਾਈਮਾ, ਕਲੋਰੇਨਕਾਈਮਾ। ਕਲੋਰੇਨਕਾਈਮਾ ਮੀਨਸ ਕਿ ਉਹ ਪਰਮਾਨੈਂਟ ਟਿਸ਼ੂ ਜਿਹਦੇ ਵਿੱਚ ਕਲੋਰੋਫਿਲ ਪ੍ਰੈਜ਼ੈਂਟ ਹੈ ਐਂਡ ਫੋਟੋਸਿੰਥੈਸਿਸ ਨੂੰ ਪਰਫਾਰਮ ਕਰ ਰਿਹਾ। ਉਸ ਤੋਂ ਬਾਅਦ ਨੈਕਸਟ ਪੈਰੇਨਕਾਈਮਾ ਦੀ ਟਾਈਪ ਆਉਂਦੀ ਹੈ ਐਕੁਆਟਿਕ ਪਲਾਂਟਸ ਦੀ, ਐਰੇਨਕਾਈਮਾ ਐਂਡ ਐਕੁਆਟਿਕ, ਯਾਦ ਰੱਖਣ ਦਾ ਤਰੀਕਾ। ਐਂਡ ਨੈਕਸਟ ਇਜ਼ ਕਿ ਜਦੋਂ ਐਕੁਆਟਿਕ ਪਲਾਂਟਸ ਦੇ ਵਿੱਚ ਜਿਹੜਾ ਪੈਰੇਨਕਾਈਮਾ ਪ੍ਰੈਜ਼ੈਂਟ ਹੁੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਲਾਰਜ ਏਅਰ ਕੈਵਿਟੀਜ਼ ਹੁੰਦੀਆਂ ਨੇ ਤਾਂ ਕਿ ਉਹ ਫਲੋਟ ਕਰ ਸਕਣ, ਐਂਡ ਉਸ ਵਾਲੇ ਪੈਰੇਨਕਾਈਮਾ ਨੂੰ ਕਿਹਾ ਜਾਂਦਾ ਹੈ ਐਰੇਨਕਾਈਮਾ। ਨੈਕਸਟ ਆ ਗਿਆ ਕਿ ਜਿਹੜਾ ਪੈਰੇਨਕਾਈਮਾ ਫਲੈਕਸੀਬਿਲਿਟੀ ਦਿੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਕੋਲੇਨਕਾਈਮਾ। ਹੁਣ ਨੈਕਸਟ ਆਪਣੇ ਕੋਲ ਜਿਹੜਾ ਟਿਸ਼ੂ ਆਉਂਦਾ ਨਾ ਉਹ ਆਉਂਦਾ ਐਪੀਡਰਮਿਸ। ਇਸ ਐਪੀਡਰਮਿਸ ਬਾਰੇ ਆਪਾਂ ਥੋੜਾ ਜਿਹਾ ਪੜ੍ਹਨਾ। ਜਿਹੜਾ ਐਪੀਡਰਮਿਸ ਹੁੰਦਾ ਉਹਦੇ ਵੀ ਜਿਹੜੇ ਸੈਲਸ ਹੁੰਦੇ ਨੇ ਉਹ ਲਿਵਿੰਗ ਹੁੰਦੇ ਨੇ। ਠੀਕ ਹੈ, ਐਂਡ ਉਹਨਾਂ ਦੇ ਵਿੱਚ ਜਿਹੜੀ ਇੰਟਰਸੈਲੂਲਰ ਸਪੇਸ ਹੁੰਦੀ ਹੈ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਵੈਰੀ ਲਿਟਲ ਹੁੰਦੀ ਹੈ। ਠੀਕ ਹੈ, ਇਸੇ ਕਰਕੇ ਆਪਣੇ ਕੋਲ ਹੋਰ ਪਰਮਾਨੈਂਟ ਟਿਸ਼ੂ ਕਿਹੜਾ ਆ ਜਾਂਦਾ ਹੈ? ਇਟ ਇਜ਼ ਸਕਲੈਰੇਨਕਾਈਮਾ।
ਇਹ ਉਹ ਟਿਸ਼ੂ ਹੈ ਜਿਹੜਾ ਕਿ ਪਲਾਂਟ ਨੂੰ ਹਾਰਡ ਐਂਡ ਸਟਿਫ ਰੱਖਦਾ ਹੈ, ਜਿਵੇਂ ਕਿ ਆਪਣਾ ਕੋਕੋਨਟ ਹੈ। ਕੋਕੋਨਟ ਕਿੰਨਾ ਹਾਰਡ ਹੁੰਦਾ ਹੈ, ਠੀਕ ਹੈ, ਮੀਨਸ ਕਿ ਉਹ ਕਿਹੜੇ ਟਿਸ਼ੂਜ਼ ਦਾ ਬਣਿਆ ਹੋਇਆ ਹੈ, ਸਕਲੈਰਨਕਾਈਮਾ ਟਿਸ਼ੂਜ਼ ਦਾ, ਐਂਡ ਉਹਦੇ ਜਿਹੜੇ ਸੈਲਸ ਹੁੰਦੇ ਨੇ ਉਹ ਡੈਡ ਹੁੰਦੇ ਨੇ। ਓਕੇ ਜੀ, ਨੈਕਸਟ ਆਪਣੇ ਕੋਲ ਹੈਗਾ, ਹੁਣ ਆਪਾਂ ਰੀਡ ਕਰਾਂਗੇ ਥੋੜਾ ਜਿਹਾ ਐਪੀਡਰਮਿਸ ਬਾਰੇ। ਐਪੀਡਰਮਿਸ ਤਾਂ ਆਪਾਂ ਨੂੰ ਪਤਾ ਕਿ ਲਿਵਿੰਗ ਸੈਲਸ ਨੇ, ਹੈ ਨਾ। ਇਹ ਸਿੰਗਲ ਲੇਅਰ ਆਫ ਸੈਲਸ ਦੇ ਬਣੇ ਹੁੰਦੇ ਨੇ। ਹੁਣ ਜਿਵੇਂ ਕਿ ਆਪਣੇ ਕੋਲ ਕੁਝ ਪਲਾਂਟਸ ਨੇ ਜਿਹੜੇ ਕਿ ਵੈਰੀ ਡਰਾਈ ਹੈਬਿਟੇਟਸ 'ਚ ਹੁੰਦੇ ਨੇ, ਜਿਵੇਂ ਕਿ ਆਪਣਾ ਥਾਰ ਡੈਜ਼ਰਟ ਹੋ ਗਿਆ, ਡੈਜ਼ਰਟ ਵਾਲੇ ਰੀਜਨਸ ਹੁੰਦੇ ਨੇ ਜਿੱਥੇ ਲੈਕ ਆਫ ਵਾਟਰ ਹੁੰਦਾ, ਉੱਥੇ ਜਿਹੜਾ ਐਪੀਡਰਮਿਸ ਹੁੰਦਾ ਹੈ ਨਾ ਉਹ ਬਹੁਤ ਥਿਕ ਹੁੰਦਾ, ਠੀਕ ਹੈ, ਬਿਕੋਜ਼ ਉਹਨੇ ਵਾਟਰ ਲਾਸ ਤੋਂ ਪ੍ਰੋਟੈਕਸ਼ਨ ਦੇਣੀ ਹੁੰਦੀ ਹੈ। ਹੁਣ ਜੇ ਥਿਕ ਹੈ ਤਾਂ ਮਤਲਬ ਕਿ ਉਹਦੇ ਵਿੱਚ ਇੰਟਰਸੈਲੂਲਰ ਸਪੇਸਿਸ ਕੀ ਨੇ, ਬਹੁਤ ਜ਼ਿਆਦਾ ਘੱਟ ਨੇ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈ, ਇਹ ਤਾਂ ਹੋ ਗਿਆ ਐਪੀਡਰਮਿਸ ਆਫ ਸਟੈਮ, ਹੈ ਨਾ। ਨੈਕਸਟ ਆਉਂਦਾ ਆਪਣੇ ਕੋਲ ਐਪੀਡਰਮਿਸ ਆਫ ਲੀਫ। ਲੀਫ ਦਾ ਜਿਹੜਾ ਐਪੀਡਰਮਿਸ ਹੁੰਦਾ ਹੈ ਨਾ ਉਹਦੇ ਉੱਤੇ ਬਣੇ ਹੁੰਦੇ ਨੇ ਸਟੋਮੇਟਾ, ਛੋਟੇ 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 ਪੋਰਸ ਹੁੰਦੇ ਨੇ, ਸੁਰਾਖ ਕਹਿ ਸਕਦੇ ਆਪਾਂ ਨੂੰ। ਐਂਡ ਉਹਨਾਂ ਜਿਹੜੇ ਸਟੋਮੇਟਾ ਹੁੰਦੇ ਨੇ ਉਹ ਦੋ ਸੈਲਸ ਦੇ ਮਿਲ ਕੇ ਬਣੇ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਗਾਰਡ ਸੈਲਸ, ਠੀਕ ਹੈ, ਗਾਰਡ ਸੈਲਸ ਦੇ ਬਣੇ ਹੁੰਦੇ ਨੇ। ਐਂਡ ਉਹ ਗਾਰਡ ਸੈਲਸ ਦੇ ਥਰੂ ਕੀ ਹੁੰਦਾ, ਜਿੰਨਾ ਵੀ ਆਪਣਾ ਗੈਸ਼ੀਅਸ ਐਕਸਚੇਂਜ ਹੁੰਦਾ, ਕਾਰਬਨ ਡਾਈਆਕਸਾਈਡ ਦਾ ਐਂਟਰ ਹੋਣਾ, ਆਕਸੀਜਨ ਦਾ ਬਾਹਰ ਆਣਾ, ਠੀਕ ਹੈ, ਉਸ ਤੋਂ ਬਾਅਦ ਟਰਾਂਸਪੀਰੇਸ਼ਨ, ਮਤਲਬ ਕਿ ਜਿਹੜਾ ਲੀਫ ਦੇ ਵਿੱਚ ਵਾਟਰ ਹੈ ਉਹਦਾ ਲਾਸ ਹੋ ਜਾਣਾ ਵਿਦ ਦਾ ਪ੍ਰੋਸੈਸ ਆਫ ਇਵੈਪੋਰੇਸ਼ਨ, ਹੈ ਨਾ। ਇਹ ਸਾਰਾ ਜੋ ਵੀ ਕੁਝ ਹੁੰਦਾ ਇਹ ਹੁੰਦਾ ਇਨ ਸਟੋਮੇਟਾ। ਉਸ ਤੋਂ ਬਾਅਦ ਜਿਹੜਾ ਐਪੀਡਰਮਲ ਹੈ ਰੂਟਸ ਦਾ ਵੀ ਐਪੀਡਰਮਲ ਹੋਏਗਾ। ਜਿਹੜੇ ਰੂਟਸ ਤੇ ਐਪੀਡਰਮਲ ਨੇ ਉਹਨਾਂ ਦਾ ਕੀ ਫੰਕਸ਼ਨ ਹੁੰਦਾ ਕਿ ਉਹਨਾਂ ਨੇ ਵਾਟਰ ਐਂਡ ਨਿਊਟ੍ਰੀਐਂਟਸ ਨੂੰ ਕੀ ਕਰਨਾ ਹੈ, ਐਬਜ਼ੌਰਬ ਕਰਨਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਕਿ ਜਿਵੇਂ ਜਿਵੇਂ ਹੁਣ ਆਪਣੇ ਪਲਾਂਟਸ ਨੇ ਜਿਹੜੇ ਉਹ ਗਰੋ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਆਊਟਰ ਲੇਅਰ ਹੁੰਦੀ ਆ, ਪ੍ਰੋਟੈਕਟਿਵ ਲੇਅਰ, ਉਹ ਵੀ ਚੇਂਜ ਹੁੰਦਾ, ਠੀਕ ਹੈ, ਇਹ ਸਟ੍ਰਿਪ ਉਹ ਵੀ ਚੇਂਜ ਹੁੰਦੀ ਜਾਏਗੀ। ਐਂਡ ਉਹ ਕੀ ਹੁੰਦੀ ਜਾਏਗੀ, ਹੌਲੀ 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 ਡੈਡ ਹੁੰਦੀ ਜਾਏਗੀ। ਐਂਡ ਉਹਦੇ ਵਿੱਚ ਇੰਟਰਮੋਲੀਕੂਲਰ ਜਿਹੜੀਆਂ ਸਪੇਸਿਸ ਨੇ ਉਹ ਵੀ ਕੀ ਹੁੰਦੀਆਂ ਜਾਣਗੀਆਂ, ਘੱਟ ਹੁੰਦੀਆਂ ਜਾਣਗੀਆਂ। ਐਂਡ ਉਹਦੇ ਸਰਾਊਂਡਿੰਗ ਤੇ ਇੱਕ ਸਬਸਟਾਂਸ ਦੀ ਲੇਅਰ ਬਣ ਜਾਏਗੀ ਜਿਹਨੂੰ ਸਿਊਬਰੀਨ ਕਿਹਾ ਜਾਂਦਾ ਹੈ, ਤਾਂ ਕਿ ਜਿਹੜੀਆਂ ਗੈਸਿਸ ਨੇ ਉਹਨਾਂ ਦਾ ਜਿਹੜਾ ਐਕਸਚੇਂਜ ਹੈ ਥਰੂ ਸਟੈਮ ਉਹ ਹੁਣ ਨਾ ਹੋਵੇ। ਉਸ ਤੋਂ ਬਾਅਦ ਆਪਣੇ ਆਉਂਦੇ ਨੇ ਕੰਪਲੈਕਸ ਪਰਮਾਨੈਂਟ ਟਿਸ਼ੂ। ਕੰਪਲੈਕਸ ਪਰਮਾਨੈਂਟ ਟਿਸ਼ੂ ਦੇ ਜਿਹੜੇ, ਇਸ ਕਰਕੇ ਉਹਨਾਂ ਨੂੰ ਕੰਪਲੈਕਸ ਕਿਹਾ ਜਾਂਦਾ ਹੈ ਬਿਕੋਜ਼ ਉਹਨਾਂ ਦੇ ਵਿੱਚ ਜਿਹੜੇ ਸੈਲਸ ਨੇ ਉਹ ਇੱਕ ਤੋਂ ਜ਼ਿਆਦਾ ਟਾਈਪ ਦੇ ਬਣੇ ਹੁੰਦੇ ਨੇ, ਠੀਕ ਹੈ, ਤੇ ਉਹ ਡਿਫਰੈਂਟ ਟਾਈਪ ਦੇ ਸੈਲਸ ਕੋਆਰਡੀਨੇਟ ਕਰਦੇ ਨੇ ਟੂ ਪਰਫਾਰਮ ਆ ਕਾਮਨ ਫੰਕਸ਼ਨ। ਐਗਜ਼ਾਮਪਲ ਆਪਣੇ ਕੋਲ ਜ਼ਾਇਲਮ ਐਂਡ ਫਲੋਇਮ ਨੇ ਜਿਹੜੇ ਇਹ ਆਪਣੇ ਕੰਪਲੈਕਸ ਟਿਸ਼ੂਜ਼ ਨੇ, ਠੀਕ ਹੈ। ਇਹ ਦੋਵੇਂ ਕੀ ਕਰਦੇ ਨੇ, ਕੰਡਕਟਿੰਗ ਟਿਸ਼ੂਜ਼ ਨੇ, ਜਿਵੇਂ ਕਿ ਜ਼ਾਇਲਮ ਕੀ ਕਰਦਾ ਟਰਾਂਸਪੋਰਟੇਸ਼ਨ ਆਫ ਵਾਟਰ ਐਂਡ ਫਲੋਇਮ ਕੀ ਕਰਦਾ ਟਰਾਂਸਪੋਰਟੇਸ਼ਨ ਆਫ ਫੂਡ। ਇਹ ਦੋਵੇਂ ਹੋ ਗਏ ਆਪਣੇ ਕੰਪਲੈਕਸ ਟਿਸ਼ੂਜ਼। ਹੁਣ ਜਿਨ੍ਹਾਂ ਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਵੀ ਹੈਵ ਜ਼ਾਇਲਮ। ਜ਼ਾਇਲਮ ਦੇ ਵਿੱਚ ਕੀ ਹੁੰਦੇ ਨੇ, ਟ੍ਰੈਕੀਆਈਡਸ ਹੁੰਦੇ ਨੇ, ਵੈਸਲਸ ਹੁੰਦੀਆਂ ਨੇ, ਐਂਡ ਜ਼ਾਇਲਮ ਪੈਰੇਨਕਾਈਮਾ ਐਂਡ ਜ਼ਾਇਲਮ ਫਾਈਬਰਸ, ਇਹ ਚਾਰ ਇਹਦੇ ਪਾਰਟਸ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਆਪਣੀਆਂ ਟ੍ਰੈਕੀਆਈਡਸ ਹੁੰਦੇ ਨੇ ਨਾ ਇਹ ਮੇਨਲੀ ਡੈਡ ਸੈਲਸ ਹੁੰਦੇ ਨੇ। ਐਂਡ ਇਹਨਾਂ ਦਾ ਜਿਹੜਾ ਸਟਰਕਚਰ ਹੁੰਦਾ ਨਾ ਉਹ ਵੈਸਲਸ ਦੀ ਤਰ੍ਹਾਂ ਹੁੰਦਾ। ਵੈਸਲਸ ਦੀ ਤਰ੍ਹਾਂ ਤਾਂ ਹੁੰਦਾ ਬਿਕੋਜ਼ ਇਹਨਾਂ ਨੇ ਜਿਹੜਾ ਟਰਾਂਸਪੋਰਟ ਕਰਨਾ ਹੁੰਦਾ ਵਾਟਰ ਨੂੰ ਉਹ ਵਰਟੀਕਲੀ ਕਰਨਾ ਹੁੰਦਾ, ਰੂਟਸ ਤੋਂ ਲੀਫ ਤੱਕ ਉੱਪਰ ਜਾਣਾ ਹੁੰਦਾ ਹੈ ਨਾ। ਐਂਡ ਉਸ ਤੋਂ ਬਾਅਦ ਜ਼ਾਇਲਮ ਪੈਰੇਨਕਾਈਮਾ ਵੀ ਨੋ ਇਹਨੇ ਫੂਡ ਸਟੋਰ ਕਰਨਾ ਹੁੰਦਾ। ਨੈਕਸਟ ਇਜ਼ ਫਲੋਇਮ। ਫਲੋਇਮ ਕਿਸ ਚੀਜ਼ ਦਾ ਬਣਿਆ ਹੁੰਦਾ, ਉਹੀ ਸੀਵ ਸੈਲਸ, ਸੀਵ ਟਿਊਬਸ, ਕੰਪੈਨੀਅਨ ਸੈਲਸ, ਫਲੋਇਮ ਫਾਈਬਰਸ ਐਂਡ ਫਲੋਇਮ ਪੈਰੇਨਕਾਈਮਾ। ਹੁਣ ਜਿਹੜੇ ਸੀਵ ਟਿਊਬਸ ਹੁੰਦੇ ਨੇ ਨਾ ਉਹ ਪਰਫੋਰੇਟਿਡ ਹੁੰਦੇ ਨੇ। ਪਰਫੋਰੇਟਿਡ ਮੀਨਸ ਕਿ ਉਹਨਾਂ ਦੇ ਵਿੱਚ ਨਾ ਐਵੇਂ ਹੋਲਸ ਬਣੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੀ ਫੂਡ ਹੈ ਜਿਹੜਾ ਉਹ ਟਰਾਂਸਪੋਰਟ ਹੁੰਦਾ। ਉਸ ਤੋਂ ਬਾਅਦ ਫਲੋਇਮ ਟਰਾਂਸਪੋਰਟ ਫੂਡ ਫਰੋਮ ਲੀਫ ਟੂ ਅਦਰ ਪਾਰਟ ਆਫ ਦ ਪਲਾਂਟ, ਠੀਕ ਹੈ ਜੀ। ਉਸ ਤੋਂ ਬਾਅਦ ਐਕਸੈਪਟ ਫਲੋਇਮ ਫਾਈਬਰ। ਫਲੋਇਮ ਫਾਈਬਰ ਹੈ ਜਿਹੜਾ ਉਹ ਡੈਡ ਸੈਲਸ ਦਾ ਬਣਿਆ ਹੋਇਆ ਹੈ। ਉਸ ਤੋਂ ਬਿਨਾਂ ਫਲੋਇਮ ਦੇ ਜਿੰਨੇ ਵੀ ਸੈਲਸ ਨੇ ਉਹ ਸਾਰੇ ਦੇ ਸਾਰੇ ਕੀ ਨੇ, ਲਿਵਿੰਗ ਸੈਲਸ ਨੇ। ਜਿਵੇਂ ਜ਼ਾਇਲਮ ਦੇ ਕਿਹੜੇ ਕਿਹੜੇ ਸੈਲਸ ਆ ਗਏ ਸੀ, ਟ੍ਰੈਕੀਆਈਡਸ, ਵੈਸਲਸ, ਜ਼ਾਇਲਮ ਪੈਰੇਨਕਾਈਮਾ ਐਂਡ ਜ਼ਾਇਲਮ ਫਾਈਬਰਸ। ਹੁਣ ਇਹ ਸਾਰੇ ਚਾਰ ਤਰ੍ਹਾਂ ਦੇ ਸੈਲਸ ਮਿਲ ਕੇ ਇੱਕ ਫੰਕਸ਼ਨ ਪਰਫਾਰਮ ਕਰ ਰਹੇ ਨੇ, ਟਰਾਂਸਪੋਰਟੇਸ਼ਨ ਆਫ ਵਾਟਰ। ਉਵੇਂ ਜਿਹੜਾ ਫਲੋਇਮ ਹੈ ਉਹਦੇ 5 ਸੈਲਸ ਨੇ, ਸੀਵ ਸੈਲਸ, ਸੀਵ ਟਿਊਬਸ, ਕੰਪੈਨੀਅਨ ਸੈਲਸ, ਫਲੋਇਮ ਫਾਈਬਰਸ, ਫਲੋਇਮ ਪੈਰੇਨਕਾਈਮਾ। ਇਹ 5 ਤਰ੍ਹਾਂ ਦੇ ਡਿਫਰੈਂਟ ਸੈਲਸ ਮਿਲ ਕੇ ਇੱਕ ਕੰਮ ਕਰ ਰਹੇ ਨੇ, ਟਰਾਂਸਪੋਰਟੇਸ਼ਨ ਆਫ ਫੂਡ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਆਉਂਦਾ ਹੈ ਐਨੀਮਲ ਟਿਸ਼ੂਜ਼। ਹੁਣ ਐਨੀਮਲ ਟਿਸ਼ੂਜ਼ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਡਿਫਰੈਂਟ ਟਾਈਪਸ ਦੇ ਐਨੀਮਲ ਟਿਸ਼ੂਜ਼ ਨੇ, ਜਿਵੇਂ ਕਿ ਸਭ ਤੋਂ ਪਹਿਲਾਂ ਆ ਗਿਆ ਐਪੀਥੀਲੀਅਲ ਟਿਸ਼ੂ, ਫਿਰ ਆ ਗਿਆ ਕਨੈਕਟਿਵ ਟਿਸ਼ੂ, ਫਿਰ ਆ ਗਿਆ ਮਸਕੂਲਰ ਟਿਸ਼ੂ ਐਂਡ ਲਾਸਟ ਵਨ ਇਜ਼
ਨਰਵਸ ਟਿਸ਼ੂ। ਠੀਕ ਹੈ, 4 ਟਾਈਪਸ ਦੇ ਹੋ ਗਏ ਆਪਣੇ ਕੋਲ, ਐਪੀਥੀਲੀਅਲ, ਕਨੈਕਟਿਵ, ਮਸਕੂਲਰ ਐਂਡ ਨਰਵਸ ਟਿਸ਼ੂ। ਸਭ ਤੋਂ ਪਹਿਲਾਂ ਜੇ ਐਪੀਥੀਲੀਅਲ ਟਿਸ਼ੂ ਦੀ ਗੱਲ ਕਰੀਏ, ਐਪੀਥੀਲੀਅਲ ਟਿਸ਼ੂ ਦਾ ਕੀ ਕੰਮ ਹੁੰਦਾ ਹੈ, ਆਪਣੀ ਬੋਡੀ ਜਿਹੜੇ ਟਿਸ਼ੂ ਦੇ ਨਾਲ ਕਵਰ ਹੋਈ ਹੈ, ਦੈਟ ਇਜ਼ ਦੀ ਐਪੀਥੀਲੀਅਲ ਟਿਸ਼ੂ। ਜਿਵੇਂ ਕਿ ਆਪਣੀ ਸਕਿਨ ਐਪੀਥੀਲੀਅਲ ਸੈਲਸ ਦੀ ਮਿਲ ਕੇ ਬਣੀ ਹੋਈ ਹੈ। ਠੀਕ ਹੈ, ਉਸ ਤੋਂ ਬਿਨਾਂ ਇਹ ਟਿਸ਼ੂ ਆਪਾਂ ਨੂੰ ਹੋਰ ਕਿੱਥੇ ਮਿਲਦਾ, ਆਪਣੀ ਸਕਿਨ ਹੋ ਗਈ, ਉਸ ਤੋਂ ਬਾਅਦ ਆਪਣੀ ਲਾਈਨਿੰਗ ਆਫ ਮਾਊਥ, ਲਾਈਨਿੰਗ ਆਫ ਬਲੱਡ ਵੈਸਲਸ। ਠੀਕ ਹੈ, ਆਪਣੇ ਲੰਗਸ ਦੇ ਵਿੱਚ ਜਿਹੜੇ ਐਲਵਿਓਲੀ ਨੇ ਉਹਨਾਂ ਦੇ ਵਿੱਚ। ਠੀਕ ਹੈ, ਕਿਡਨੀ ਦੇ ਜਿਹੜੇ ਟਿਬਿਊਲਸ ਨੇ ਛੋਟੇ ਛੋਟੇ, ਉਹਨਾਂ ਦੇ ਵਿੱਚ ਆਪਾਂ ਨੂੰ ਕੀ ਮਿਲਦਾ, ਐਪੀਥੀਲੀਅਲ ਟਿਸ਼ੂ ਮਿਲਦਾ। ਇਹਨਾਂ ਦੇ ਵਿੱਚ ਜਿਹੜੀਆਂ ਇੰਟਰਮੋਲੀਕੂਲਰ ਸਪੇਸਿਸ ਹੁੰਦੀਆਂ ਨੇ ਉਹ ਬਹੁਤ ਘੱਟ ਹੁੰਦੀਆਂ ਨੇ, ਬਿਕਾਜ਼ ਇਹਨਾਂ ਨੇ ਸਰਟਨ ਅਮਾਊਂਟ ਆਫ ਐਕਸਚੇਂਜਿਸ ਹੀ ਕਰਨੇ ਹੁੰਦੇ ਨੇ। ਉਸ ਤੋਂ ਬਾਅਦ ਜਿਹੜੇ ਆਪਣੇ ਐਪੀਥੀਲੀਅਲ ਟਿਸ਼ੂਸ ਨੇ ਨਾ, ਆਪਾਂ ਨੇ ਉਹਨਾਂ ਨੂੰ 4 ਪਾਰਟਸ 'ਚ ਡਿਵਾਈਡ ਕੀਤਾ ਹੋਇਆ। ਠੀਕ ਹੈ, ਪਹਿਲਾਂ ਆ ਗਏ ਸਕੁਐਮਸ, ਸੈਕਿੰਡ ਆ ਗਏ ਸਟ੍ਰੈਟੀਫਾਈਡ ਸਕੁਐਮਸ, ਥਰਡ ਆ ਗਿਆ ਆਪਣੇ ਕੋਲ ਕਿਊਬਾਈਡਲ, ਐਂਡ ਆਪਣੇ ਕੋਲ ਫੋਰਥ ਨੇ ਕੋਲਿਊਮਨਰ, ਜਾਂ ਜਿਨ੍ਹਾਂ ਨੂੰ ਸਿਲੀਏਟਿਡ ਵੀ ਕਹਿ ਦਿੰਦੇ ਆ। ਹੁਣ ਇਹ ਡਿਫਰੈਂਟ ਟਿਸ਼ੂਸ ਇਪੀਥੀਲੀਅਲ ਦੇ ਵਿੱਚ ਕਿਹੜਾ ਕਿੱਥੇ ਪ੍ਰੈਜ਼ੈਂਟ ਹੈ, ਹੁਣ ਆਪਾਂ ਥੋੜਾ ਜਿਹਾ ਉਹ ਦੇਖਣਾ। ਸਭ ਤੋਂ ਪਹਿਲਾਂ ਆਉਂਦੇ ਨੇ ਆਪਣੇ ਕੋਲ ਸਕੁਐਮਸ ਐਪੀਥੀਲੀਅਮ। ਸਕੁਐਮਸ ਵਾਲੇ ਕਿੱਥੇ ਮਿਲਦੇ ਨੇ ਆਪਾਂ ਨੂੰ, ਸਕੁਐਮਸ ਵਾਲੇ ਆਪਾਂ ਪਿਕਚਰ 'ਚ ਦੇਖ ਰਹੇ ਹਾਂ ਕਿ ਫਲੈਟ ਸ਼ੇਪਡ ਹੁੰਦੇ ਨੇ ਥੋੜੇ ਜਿਹੇ। ਠੀਕ ਹੈ, ਐਂਡ ਇਹ ਆਪਾਂ ਨੂੰ ਯੂਜੂਅਲੀ ਮਿਲਦੇ ਨੇ ਆਪਣੇ ਬਲੱਡ ਵੈਸਲਸ ਦੇ ਅਰਾਊਂਡ, ਜਿਹੜੀ ਸਕਿਨ ਹੁੰਦੀ ਹੈ, ਜਾਂ ਆਪਣੇ ਲੰਗਸ ਨੇ ਐਲਵਿਓਲੀ ਵਾਲੇ। ਠੀਕ ਹੈ, ਉਹਨਾਂ ਦੇ ਸਰਾਊਂਡਿੰਗ, ਬਿਕਾਜ਼ ਇਹ ਉੱਥੇ ਮਿਲਣਗੇ ਜਿੱਥੇ ਜਿਹੜਾ ਟਰਾਂਸਪੋਰਟੇਸ਼ਨ ਹੈ ਉਹ ਸਿਲੈਕਟਿਵਲੀ ਪਰਮੀਏਬਲ ਹੋਵੇ। ਜਿਵੇਂ ਕਿ ਲੰਗਸ ਨੇ ਵੀ ਕੀ ਕਰਨਾ ਹੁੰਦਾ, CO2 O2 ਗੈਸ਼ੀਅਸ ਐਕਸਚੇਂਜ, ਬਲੱਡ ਵੈਸਲਸ ਨੇ ਵੀ CO2 O2 ਗੈਸ਼ੀਅਸ ਐਕਸਚੇਂਜ ਕਰਨਾ ਹੁੰਦਾ। ਠੀਕ ਹੈ, ਉੱਥੇ ਮਿਲਦੇ ਨੇ ਆਪਣੇ ਸਕੁਐਮਸ। ਇਸ ਕਰਕੇ ਇਹ ਯੂਜੂਅਲੀ ਕੀ ਹੁੰਦੇ ਨੇ, ਥੋੜੇ ਜਿਹੇ ਥਿਨ ਹੁੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਜਿਵੇਂ ਕਿ ਨੈਕਸਟ ਆਪਣੇ ਕੋਲ ਆਉਂਦੇ ਨੇ, ਹੁਣ ਆਪਣੀ ਜਿਵੇਂ ਸਕਿਨ ਹੈ, ਸਕਿਨ ਕੀ ਹੈ, ਆਪਣੀ ਸਕਿਨ ਦੇ ਵਿੱਚ ਕਾਫੀ ਸਾਰੀਆਂ ਲੇਅਰਸ ਬਣੀਆਂ ਹੋਈਆਂ ਨੇ। ਠੀਕ ਹੈ, ਜਦੋਂ ਸਕੁਐਮਸ ਐਪੀਥੀਲੀਅਲ ਸੈਲਸ ਜਾਂ ਟਿਸ਼ੂਸ ਕਾਫੀ ਸਾਰੀਆਂ ਲੇਅਰਸ ਦੇ ਵਿੱਚ ਇੱਕ ਦੂਜੇ ਨੂੰ ਅਰੇਂਜ ਕਰ ਦੇਣ ਤਾਂ ਕਿ ਵੀਅਰ ਐਂਡ ਟੀਅਰ ਨਾ ਹੋਵੇ ਆਪਣੇ ਇੰਟਰਨਲ ਆਰਗਨਸ ਨੂੰ, ਉਹ ਹੋ ਜਾਂਦਾ ਸਟ੍ਰੈਟੀਫਾਈਡ। ਸਟ੍ਰੈਟੀਫਾਈਡ ਦਾ ਮਤਲਬ ਹੁੰਦਾ ਕਾਫੀ ਸਾਰੀਆਂ ਲੇਅਰਸ ਬਣੀਆਂ ਹੋਈਆਂ, ਉਹ ਹੋ ਜਾਂਦਾ ਸਟ੍ਰੈਟੀਫਾਈਡ। ਠੀਕ ਹੈ, ਤਾਂ ਮਤਲਬ ਕਿ ਸਕੁਐਮਸ ਸਟ੍ਰੈਟੀਫਾਈਡ ਕਿੱਥੇ ਮਿਲਦਾ, ਇਨ ਆਰ ਸਕਿਨ। ਹੁਣ ਸਕਿਨ ਨੇ ਵੀ ਕੀ ਕਰਨਾ ਹੁੰਦਾ, ਸਿਲੈਕਟਿਵ ਪਰਮੀਏਬਲ ਮੈਂਬਰੇਨ ਹੈ ਇਹ ਵੀ, ਜਿਵੇਂ ਕਿ ਆਪਣਾ ਸਵੈਟ ਹੈ ਜਿਹੜਾ, ਉਹਨੂੰ ਹੀ ਬਾਹਰ ਕੱਢਣਾ। ਠੀਕ ਹੈ, ਬਲੱਡ ਤਾਂ ਬਾਹਰ ਆਉਂਦਾ ਨਹੀਂ, ਸਰਟਨ ਸਰਕਮਸਟਾਂਸਿਸ 'ਚ ਹੀ ਆਉਂਦਾ। ਹੁਣ ਜਿੱਥੇ ਜਿੱਥੇ ਵੀ ਆਪਣਾ ਐਬਜ਼ੌਰਪਸ਼ਨ ਐਂਡ ਸਿਕਰੇਸ਼ਨ ਹੁੰਦੀ ਹੋਵੇ, ਐਬਜ਼ੌਰਪਸ਼ਨ ਵੀ ਹੋ ਰਹੀ ਹੈ, ਸਿਕਰੇਸ਼ਨ ਵੀ ਹੋ ਰਹੀ ਹੈ, ਜਿਵੇਂ ਕਿ ਆਪਣਾ ਇੰਟੈਸਟਾਈਨ ਹੋ ਗਿਆ। ਠੀਕ ਹੈ, ਉਹਦੇ ਵਿੱਚ ਇੰਟੈਸਟਾਈਨਲ ਜੂਸਿਸ ਵੀ ਬਾਹਰ ਆਉਂਦੇ ਨੇ, ਤੇ ਐਬਜ਼ੌਰਪਸ਼ਨ ਕੀ ਹੋ ਰਹੀ ਹੈ, ਉਹਦੇ ਜਿਹੜੀ ਵਾਲਸ ਨੇ ਉਹਦੇ ਵਿੱਚ ਬਲੱਡ ਵੈਸਲਸ ਨੇ, ਐਂਡ ਉੱਥੋਂ ਆਪਣਾ ਨਿਊਟਰੀਐਂਟਸ ਨੇ ਜਿਹੜੇ ਉਹ ਬਲੱਡ 'ਚ ਜਾ ਰਹੇ ਨੇ। ਠੀਕ ਹੈ, ਤਾਂ ਉੱਥੇ ਕੀ ਹੋਣਗੇ, ਉੱਥੇ ਟਾਲ ਐਪੀਥੀਲੀਅਲ ਸੈਲਸ ਪ੍ਰੈਜ਼ੈਂਟ ਹੋਣਗੇ, ਜਿਨ੍ਹਾਂ ਨੂੰ ਆਪਾਂ ਕਵਾਂਗੇ ਕੋਲਮਨਰ। ਠੀਕ ਹੈ ਜੀ, ਉੱਥੇ ਹੁੰਦੇ ਨੇ ਆਪਣੇ ਪ੍ਰੈਜ਼ੈਂਟ ਕੋਲਮਨਰ। ਹੁਣ ਕੋਲਮਨਰ ਦੇ ਵਿੱਚ ਅੱਗੇ ਆਪਣੇ ਕੋਲ ਆਉਂਦੇ ਨੇ ਜਿਵੇਂ ਕਿ ਰੈਸਪੀਰੇਟਰੀ ਟਰੈਕਟ, ਉਹਦੇ ਵਿੱਚ ਨਾ ਹੇਅਰ ਲਾਈਕ ਪ੍ਰੋਜੈਕਸ਼ਨਸ ਪਈਆਂ ਹੁੰਦੀਆਂ ਨੇ, ਮਤਲਬ ਥੋੜੇ ਜਿਹੇ ਜਿਵੇਂ ਆਪਣੇ ਵਾਲ, ਹੇਅਰ ਲਾਈਕ ਪ੍ਰੋਜੈਕਸ਼ਨਸ, ਮਾਈਨਿਊਟ ਹਲਕੇ ਹਲਕੇ ਵਾਲ ਨੇ ਜਿਹੜੇ ਉਹ ਪ੍ਰੈਜ਼ੈਂਟ ਹੁੰਦੇ ਨੇ। ਐਂਡ ਉਹਨਾਂ ਦਾ ਕੰਮ ਕੀ ਹੁੰਦਾ ਕਿ ਜੋ ਵੀ ਆਪਣਾ ਮਿਊਕਸ ਅੰਦਰ ਆ ਰਿਹਾ ਹੈ ਉਹਨਾਂ ਨੇ ਉਹਨੂੰ ਕਲੀਅਰ ਕਰਨਾ ਹੁੰਦਾ। ਜਿਵੇਂ ਕਿ ਫੋਰ ਐਗਜ਼ਾਮਪਲ ਜੇ ਆਪਾਂ ਇੱਥੇ ਗੱਲ ਕਰੀਏ ਰੈਸਪੀਰੇਟਰੀ ਟਰੈਕਟ ਦੀ, ਉਹਦੇ ਵਿੱਚ ਹੇਅਰ ਲਾਈਕ ਪ੍ਰੋਜੈਕਸ਼ਨਸ ਆਪਾਂ ਨੂੰ ਪਤਾ ਹੈ ਨਾ, ਆਪਣੇ ਨੋਜ਼ 'ਚ ਹੈਗੇ ਨੇ। ਉਹਨਾਂ ਦਾ ਕੀ ਕੰਮ ਹੈ, ਮਿਊਕਸ ਨੂੰ ਪੁਸ਼ ਕਰਨਾ ਤਾਂ ਕਿ ਜਿਹੜੀ ਹਵਾ ਅੰਦਰ ਅੱਛੀ ਤਰ੍ਹਾਂ ਜਾ ਸਕੇ। ਤਾਂ ਉਹ ਕਿਹੜਾ ਐਪੀਥੀਲੀਅਲ ਸੈਲਸ ਹੋ ਜਾਂਦੇ ਨੇ ਸਿਲੀਏਟਡ। ਠੀਕ ਹੈ, ਨੈਕਸਟ ਆ ਜਾਂਦੇ ਨੇ ਕਿਊਬਾਈਡਲ। ਕਿਊਬਾਈਡਲ ਆਪਣੇ 2 ਜਗ੍ਹਾ ਪ੍ਰੈਜ਼ੈਂਟ ਹੁੰਦੇ ਨੇ, ਇੱਕ ਤਾਂ ਕਿਡਨੀ ਟਿਬਿਊਲਸ ਕਿਊਬ ਸ਼ੇਪ 'ਚ ਹੁੰਦੇ ਨੇ। ਠੀਕ ਹੈ, ਇੱਕ ਹੁੰਦੇ ਨੇ ਆਪਣੇ ਡਕਟਸ ਆਫ ਸਿਲਿਵਰੀ ਗਲੈਂਡ, ਸਿਲਿਵਰੀ ਗਲੈਂਡ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਤਾਂ ਕਿ ਇਹ ਜਿੱਥੇ ਉਹ ਕੀ ਪ੍ਰੋਵਾਈਡ ਕਰਦੇ ਨੇ, ਮਕੈਨੀਕਲ ਸਪੋਰਟ। ਸੋ ਇਹਦੇ ਵਿੱਚ ਤਾਂ ਆਪਾਂ ਨੂੰ 4 ਸਿਰਫ ਨੇਮ ਯਾਦ ਰੱਖਣ ਦੀ ਹੀ ਜ਼ਿਆਦਾ ਜ਼ਰੂਰਤ ਹੈ, ਐਸਾ ਇੰਨਾ ਡੀਪ ਕੁਐਸਚਨ ਕਦੇ ਆਇਆ ਨਹੀਂ। ਨੈਕਸਟ ਆਪਣੇ ਕੋਲ ਇਪੀਥੀਲੀਅਲ ਟਿਸ਼ੂ ਹੋ ਗਿਆ, ਨੈਕਸਟ ਹੈ ਕਨੈਕਟਿਵ ਟਿਸ਼ੂ। ਕਨੈਕਟਿਵ ਟਿਸ਼ੂ ਕੀ ਹੈ, ਜਿਹੜਾ ਕਨੈਕਟ ਕਰਦਾ ਹੋਵੇ ਬੋਡੀ ਨੂੰ, ਦੈਟ ਇਜ਼ ਦੀ ਬਲੱਡ। ਬਲੱਡ ਆਪਣਾ ਕਨੈਕਟਿਵ ਟਿਸ਼ੂ ਹੈ। ਹੁਣ ਇਹ ਲਿਕੁਇਡ ਫਾਰਮ 'ਚ ਹੈ, ਇਸ ਕਰਕੇ ਇਹ ਲੂਜ਼ਲੀ ਸਪੇਸਡ ਹੋਊਗਾ। ਠੀਕ ਹੈ, ਐਂਡ ਇਹਦੇ ਵਿੱਚ ਜਿਹੜਾ ਮੈਟ੍ਰਿਕਸ ਹੋਊਗਾ ਕੀ ਹੋਊਗਾ, ਫਲੂਇਡ, ਡੈਂਸ ਐਂਡ ਰਿਜਿਡ, ਆਪਾਂ ਦੇਖ ਲਿਆ। ਹੁਣ ਜਿਹੜਾ ਆਪਣਾ ਬਲੱਡ ਹੈ ਉਹਦੇ ਵਿੱਚ ਕੀ ਕੀ ਪ੍ਰੈਜ਼ੈਂਟ ਹੁੰਦਾ, ਇੱਕ ਤਾਂ ਉਹਦੇ ਵਿੱਚ ਜਿਹੜਾ ਫਲੂਇਡ ਹੈ ਉਹ ਕੀ ਹੈ, ਪਲਾਜ਼ਮਾ। ਠੀਕ ਹੈ, ਨੈਕਸਟ RBCs, WBCs, ਪਲੇਟਲੇਟਸ, ਇਹ ਸਾਰਾ ਕੁਝ ਉਸ ਪਲਾਜ਼ਮਾ ਦੇ ਵਿੱਚ ਕੀ ਹੁੰਦਾ, ਪ੍ਰੈਜ਼ੈਂਟ ਪਿਆ ਹੁੰਦਾ।
ਠੀਕ ਹੈ। ਐਂਡ ਪਲਾਜ਼ਮਾ ਦਾ ਕੀ ਕੰਮ ਹੈ, ਪਲਾਜ਼ਮਾ ਦੇ ਵਿੱਚ ਕੀ ਪਿਆ ਹੁੰਦਾ, ਪਲਾਜ਼ਮਾ 'ਚ ਹੁੰਦਾ ਪ੍ਰੋਟੀਨਸ, ਸਾਲਟਸ, ਹਾਰਮੋਨਸ, ਇਹ ਸਾਰਾ ਕੁਝ ਆਪਣਾ ਜਿਹੜਾ ਪਲਾਜ਼ਮਾ ਹੈ ਉਹ ਟ੍ਰਾਂਸਫਰ ਕਰਦਾ ਹੈ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਕਨੈਕਟਿਵ ਟਿਸ਼ੂ ਹੈ ਆਪਣਾ ਬੋਨ। ਬੋਨ ਵੀ ਆਪਣਾ ਇੱਕ ਕਨੈਕਟਿਵ ਟਿਸ਼ੂ ਹੈ। ਠੀਕ ਹੈ। ਐਂਡ ਇਹ ਕਿਸ ਕੰਪਾਊਂਡਸ ਦਾ ਮਿਲ ਕੇ ਬਣਿਆ ਹੁੰਦਾ ਹੈ, ਇਹ ਬਣਿਆ ਹੁੰਦਾ ਆਪਣਾ ਕੈਲਸ਼ੀਅਮ ਐਂਡ ਫਾਸਫੋਰਸ ਕੰਪਾਊਂਡਸ। ਕੈਲਸ਼ੀਅਮ ਐਂਡ ਫਾਸਫੋਰਸ ਤੋਂ ਮਿਲ ਕੇ ਇਹ ਬਣਿਆ ਹੁੰਦਾ ਹੈ। ਉਸ ਤੋਂ ਬਾਅਦ ਹੁਣ ਦੇਖੋ ਜਿਹੜਾ ਆਪਣੀ ਬੋਨਸ ਨੇ ਉਹ ਆਪਸ 'ਚ ਅੱਗੇ ਕਿਵੇਂ ਕਨੈਕਟ ਹੁੰਦੀਆਂ ਨੇ, ਉਹਨਾਂ ਨੂੰ ਆਪਸ 'ਚ ਕਨੈਕਟ ਕੌਣ ਕਰਦਾ, ਉਹਨਾਂ ਨੂੰ ਆਪਸ 'ਚ ਕਨੈਕਟ ਕਰਦੇ ਲੀਗਾਮੈਂਟ। ਠੀਕ ਹੈ ਜੀ। ਸੋ ਲੀਗਾਮੈਂਟ ਵੀ ਕੀ ਹੋ ਗਿਆ, ਇੱਕ ਟਾਈਪ ਦਾ ਕਨੈਕਟਿਵ ਟਿਸ਼ੂ। ਠੀਕ ਹੈ। ਨੈਕਸਟ ਹੈ ਹੁਣ ਬੋਨ ਟੂ ਬੋਨ ਦੇ ਵਿੱਚ ਆ ਗਿਆ ਲੀਗਾਮੈਂਟ। ਹੁਣ ਮਸਲ ਨੂੰ ਵੀ ਤਾਂ ਬੋਨ ਦੇ ਨਾਲ ਕੋਈ ਕਨੈਕਟ ਕਰਦਾ। ਠੀਕ ਹੈ। ਜਦੋਂ ਮਸਲ ਬੋਨ ਦੇ ਨਾਲ ਕਨੈਕਟ ਹੁੰਦੀ ਹੈ ਤਾਂ ਉਹ ਵਾਲਾ ਕਨੈਕਟਿਵ ਟਿਸ਼ੂ ਕਿਹੜਾ, ਉਹ ਹੈਗਾ ਟੈਂਡਨ। ਟੈਂਡਨ ਕਨੈਕਟ ਕਰਦਾ ਮਸਲ ਟੂ ਬੋਨ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਆਂਦਾ ਹੈ ਕਾਰਟਿਲੇਜ। ਕਾਰਟਿਲੇਜ ਵੀ ਕੀ ਹੈ, ਆਪਣਾ ਕਨੈਕਟਿਵ ਟਿਸ਼ੂ ਹੈ। ਇਹ ਯੂਜੂਅਲੀ ਪ੍ਰੋਟੀਨਸ ਐਂਡ ਸ਼ੂਗਰਸ ਦਾ ਮਿਲ ਕੇ ਬਣਿਆ ਹੁੰਦਾ। ਇਹਨੇ ਕੀ ਕਰਨਾ ਹੁੰਦਾ, ਇਹਨੇ ਬੋਨ ਸਰਫੇਸ ਨੂੰ ਕੀ ਕਰਨਾ ਹੁੰਦਾ, ਸਮੂਦਨ ਕਰਨਾ ਹੁੰਦਾ। ਵੀ ਕੈਨ ਸੇ ਕਿਤੇ ਕਿਤੇ ਪ੍ਰੈਜ਼ੈਂਟ ਆਪਣੀ ਨੋਜ਼ 'ਚ, ਏਅਰ, ਟਰੈਕੀਆ। ਹੁਣ ਦੇਖੋ ਈਅਰ 'ਚ ਵੀ ਤਾਂ ਆਪਣੇ ਹੈਗੀ ਹੋਈ ਹੈ ਬੋਨ, ਨੋਜ਼ 'ਚ ਵੀ ਬੋਨ ਹੈਗੀ ਹੈ, ਬਟ ਉਹ ਕੀ ਹੈ, ਕਾਫੀ ਫਲੈਕਸੀਬਲ ਨੇ। ਕਿਉਂ ਨੇ ਫਲੈਕਸੀਬਲ? ਡਿਊ ਟੂ ਪ੍ਰੈਜ਼ੈਂਸ ਆਫ ਕਨੈਕਟਿਵ ਟਿਸ਼ੂ ਦੈਟ ਇਜ਼ ਕਾਰਟਿਲੇਜ। ਉਸ ਤੋਂ ਬਾਅਦ ਨੈਕਸਟ ਹੈ ਏਰੀਓਲਰ ਕਨੈਕਟਿਵ ਟਿਸ਼ੂ। ਇਹ ਪ੍ਰੈਜ਼ੈਂਟ ਹੁੰਦਾ ਆਪਣੇ ਸਕਿਨ ਐਂਡ ਬਿਟਵੀਨ ਸਕਿਨ ਐਂਡ ਮਸਲਸ, ਬਲੱਡ ਵੈਸਲਸ ਦੇ ਅਰਾਊਂਡ। ਠੀਕ ਹੈ। ਨਰਵਸ ਦੇ ਵਿੱਚ, ਬੋਨ ਮੈਰੋ ਦੇ ਵਿੱਚ। ਸੋ ਆਪਣੇ ਜਿਹੜੇ ਹਿਊਮਨ ਦੇ ਕਨੈਕਟਿਵ ਟਿਸ਼ੂਸ ਨੇ ਉਹ ਕਿਹੜੇ ਕਿਹੜੇ ਹੋ ਗਏ? ਨੰਬਰ 1 ਇਜ਼ ਬਲੱਡ, ਨੰਬਰ 2 ਇਜ਼ ਬੋਨ, ਨੰਬਰ 3 ਇਜ਼ ligament, number 4 is tendon, number 5 is cartilage, and number 6 is areolar. Next ਨੇ ਆਪਣੇ muscular tissue। ਪਹਿਲਾਂ ਆਪਣੇ ਐਪੀਥੀਲੀਅਲ ਟਿਸ਼ੂਜ਼ ਹੋ ਗਏ, ਕਨੈਕਟਿਵ ਟਿਸ਼ੂਜ਼ ਹੋ ਗਏ, ਨੈਕਸਟ ਹੈ ਮਸਕੂਲਰ ਟਿਸ਼ੂਜ਼। ਮਸਕੂਲਰ ਟਿਸ਼ੂਜ਼ ਵੀ ਦੇਖੋ ਮਸਲਸ ਨੇ, ਹੈ ਨਾ, ਤਾਂ ਉਹਦੇ ਜਿਹੜੇ ਸੈਲਸ ਹੋਣਗੇ ਉਹ ਲੋਂਗੇਟਿਡ ਹੋਣਗੇ, ਜਿਹਨਾਂ ਨੂੰ ਮਸਕੂਲਰ ਫਾਈਬਰਸ ਵੀ ਕਿਹਾ ਜਾਂਦਾ ਹੈ। ਐਂਡ ਇਹਨਾਂ ਦਾ ਮੇਨ ਕੰਮ ਕੀ ਹੁੰਦਾ, ਮਸਕੂਲਰ ਟਿਸ਼ੂ ਦਾ ਆਪਣੀ ਬੋਡੀ ਦੇ ਵਿੱਚ ਮੂਵਮੈਂਟ ਨੂੰ ਕਰਵਾਉਣਾ। ਹੁਣ ਇਹ ਨਾ ਸਪੈਸ਼ਲ ਟਾਈਪ ਦੇ ਪ੍ਰੋਟੀਨਸ ਤੇ ਬਣੇ ਹੁੰਦੇ ਨੇ ਆਪਣੇ ਜਿਹੜੇ ਮਸਲਸ ਨੇ, ਐਂਡ ਉਸ ਪ੍ਰੋਟੀਨਸ ਨੂੰ ਕੀ ਕਿਹਾ ਜਾਂਦਾ, ਕੰਟਰੈਕਟਾਈਲ ਪ੍ਰੋਟੀਨਸ। ਬਿਕਾਜ਼ ਇਹਨਾਂ ਦਾ ਕੰਮ ਕੀ ਹੈ, ਮਸਲਸ ਦਾ ਜੋ ਕੰਟਰੈਕਟ ਐਂਡ ਰਿਲੈਕਸ ਹੋਣਗੇ ਤਾਂ ਹੀ ਆਪਾਂ ਮੂਵਮੈਂਟ ਕਰਾਂਗੇ। ਐਂਡ ਉਹਦੇ ਲਈ ਕਿਹੜਾ ਪ੍ਰੋਟੀਨ ਹੈਲਪ ਕਰਦਾ ਹੈ, ਕੰਟਰੈਕਟਾਈਲ ਪ੍ਰੋਟੀਨ। ਉਸ ਤੋਂ ਬਾਅਦ ਹੁਣ ਦੇਖੋ ਜਿਹੜੀ ਆਪਣੀਆਂ ਮਸਲਸ ਨੇ ਨਾ ਉਹ ਦੋ ਤਰ੍ਹਾਂ ਦੀਆਂ ਮੂਵਮੈਂਟ ਕਰਦੀਆਂ, ਇੱਕ ਕਰਦੀਆਂ ਵਲੰਟਰੀ, ਇੱਕ ਕਰਦੀਆਂ ਨੇ ਇਨਵਲੰਟਰੀ। ਵਲੰਟਰੀ ਜਿਹੜੀਆਂ ਆਪਾਂ ਖੁਦ ਕਰਦੇ ਹਾਂ, ਵਾਕਿੰਗ, ਜੰਪਿੰਗ, ਰਨਿੰਗ, ਠੀਕ ਹੈ, ਆਪਣੀ ਮਰਜ਼ੀ ਨਾਲ ਕਰਦੇ ਹਾਂ, ਉਹ ਹੁੰਦੇ ਨੇ ਵਲੰਟਰੀ ਮੂਵਮੈਂਟਸ। ਇਸ ਕਰਕੇ ਉਹ ਵਾਲੀਆਂ ਮਸਲਸ ਜਿਹੜੀਆਂ ਵਲੰਟਰੀ ਐਕਸ਼ਨਸ ਆਪਣੇ ਪਰਫਾਰਮ ਕਰਦੀਆਂ ਨੇ ਉਹਨਾਂ ਨੂੰ ਕਹਿ ਦਿੰਦੇ ਆਪਾਂ ਵਲੰਟਰੀ ਮਸਲਸ। ਉਸ ਤੋਂ ਬਾਅਦ ਨੈਕਸਟ ਆਪਣੀ ਬੋਡੀ ਦੇ ਵਿੱਚ ਜਿਵੇਂ ਕਿ ਮੂਵਮੈਂਟਸ ਹੁੰਦੀਆਂ ਨੇ ਇਨਵੋਲੰਟਰੀ, ਜਿਹੜੀਆਂ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਕਰਦੇ, ਜਿਵੇਂ ਕਿ ਕੰਟਰੈਕਸ਼ਨ, ਰਿਲੈਕਸੇਸ਼ਨ ਆਫ ਬਲੱਡ ਵੈਸਲਸ, ਹੈ ਨਾ, ਆਪਣੇ ਹਾਰਟ ਦਾ ਪੰਪ ਕਰ ਹੋਣਾ, ਇਹ ਸਾਰੀਆਂ, ਸਨੀਜ਼ਿੰਗ, ਇਹ ਸਾਰੀਆਂ ਕਿਹੜੀਆਂ, ਬਰੀਦਿੰਗ, ਇਹ ਸਾਰੀਆਂ ਕਿਹੜੀਆਂ ਮੂਵਮੈਂਟਸ ਹੋ ਗਈਆਂ, ਇਨਵੋਲੰਟਰੀ ਮੂਵਮੈਂਟਸ। ਐਂਡ ਇਹਨਾਂ ਦੇ ਲਈ ਜਿਹੜੀਆਂ ਮਸਲਸ ਕੰਮ ਕਰਦੀਆਂ ਨੇ ਉਹ ਕਿਹੜੀਆਂ ਹੋ ਜਾਣਗੀਆਂ ਨੇ, ਇਨਵੋਲੰਟਰੀ ਮਸਲਸ। ਉਸ ਤੋਂ ਬਾਅਦ ਜਿਹੜੀਆਂ ਮਸਲਸ ਆਪਣੇ ਹਾਰਟ ਦੇ ਵਿੱਚ ਨੇ, ਠੀਕ ਹੈ, ਉਹਦੇ ਕੰਟਰੈਕਸ਼ਨ ਐਂਡ ਰਿਲੈਕਸੇਸ਼ਨ 'ਚ ਹੈਲਪ ਕਰਦੀਆਂ ਨੇ, ਉਹ ਇਨਵੋਲੰਟਰੀ ਮਸਲਸ ਨੂੰ ਆਪਾਂ ਕਹਿ ਦਿੰਦੇ ਹਾਂ ਕਾਰਡਿਕ ਮਸਲਸ। ਲਾਸਟ ਹੈ ਜੀ ਆਪਣੇ ਕੋਲ ਨਰਵਸ ਟਿਸ਼ੂ। ਹੁਣ ਜਿੰਨੇ ਵੀ ਆਪਣੇ ਸੈਲਸ ਨੇ, ਹਨਾ, ਉਹ ਸੈਂਸ ਆਰਗਨਸ ਨੇ, ਉਹ ਰਿਸਪੌਂਡ ਕਰਦੇ ਨੇ ਕਿਸੇ ਵੀ ਸਟਿਮੂਲਾਈ ਨੂੰ। ਸਟਿਮੂਲਾਈ ਮਤਲਬ ਕੀ ਹੁੰਦਾ, ਕੋਈ ਵੀ, ਜਿਵੇਂ ਕਿ ਹੀਟ ਲੱਗਣਾ, ਸਾਊਂਡ ਹੋ ਗਿਆ, ਹਨਾ, ਆਈਜ਼ ਨੂੰ ਲਾਈਟ ਜਾਣਾ, ਇਹ ਸਾਰੇ ਆਪਣੇ ਸਟਿਮੂਲਸ ਨੇ। ਸੋ ਆਪਣੇ ਜਿਹੜਾ ਨਰਵਸ ਟਿਸ਼ੂ ਹੈ ਉਹਦੇ ਵਿੱਚ ਕੀ ਕੀ ਚੀਜ਼ ਆ, ਕਿਹੜੇ ਕਿਹੜੇ ਆਰਗਨਸ ਨੇ ਜਿਹੜੇ ਆਪਣੇ ਇਨਕਲੂਡਿਡ ਨੇ ਨਰਵਸ ਟਿਸ਼ੂ ਦੇ ਵਿੱਚ, ਆਪਣਾ ਬ੍ਰੇਨ ਹੋ ਗਿਆ, ਸਪਾਈਨਲ ਕਾਰਡ ਐਂਡ ਨਰਵਸ। ਇਹ ਤਿੰਨੋਂ ਚੀਜ਼ਾਂ ਮਿਲ ਕੇ ਬਣਾਉਂਦੇ ਨੇ ਆਪਣਾ ਨਰਵਸ ਟਿਸ਼ੂ। ਐਂਡ ਨਰਵਸ ਟਿਸ਼ੂ ਦੇ ਸੈਲਸ ਕਿਹੜੇ ਹੁੰਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਨਰਵ ਸੈਲ ਜਾਂ ਫਿਰ ਨਿਊਰੋਨਸ। ਇਹ ਆਪਣੇ ਕੋਲ ਪਿਕਚਰ ਬਣੀ ਹੋਈ ਹੈ ਨਿਊਰੋਨ ਦੀ, ਜਿਵੇਂ ਕਿ ਇਹ ਹੋ ਗਈ ਇਹਦੀ ਸੈਲ ਬੋਡੀ ਵਿਦ ਨਿਊਕਲੀਅਸ, ਸਾਈਡ ਤੇ ਡੈਂਡਰਾਈਟਸ, ਫਿਰ ਇਹ ਆ ਗਿਆ ਇਹਦਾ ਐਕਸਨ, ਐਂਡ ਐਂਡ ਤੇ ਨਰਵ ਐਂਡਿੰਗਸ। ਹੁਣ ਜਿਹੜਾ ਨੈਕਸਟ ਨਿਊਰੋਨ ਹੋਊਗਾ ਉਹ ਇੱਥੇ ਹੀ ਕਨੈਕਟਡ ਹੋਊਗਾ, ਐਵੇਂ ਉਹਦੀਆਂ ਡੈਂਡਰਾਈਟਸ ਹੋਣਗੀਆਂ। ਠੀਕ ਹੈ, ਮਤਲਬ ਇੱਕ ਨਿਊਰੋਨ ਦੀ ਐਂਡਿੰਗ ਦੂਜੇ ਨਿਊਰੋਨ ਦੀ ਇਹ ਵਾਲੀ ਡੈਂਡਰਾਈਟਸ ਦੇ ਨਾਲ ਹੈ ਜਿਹੜੀ ਉਹ ਕਨੈਕਟਡ ਹੁੰਦੀ ਹੈ, ਜਿਹਦੇ ਵਿੱਚੋਂ ਕੀ ਜਾਂਦਾ, ਮੈਸੇਜ ਜਾਂਦਾ।
ਠੀਕ ਹੈ। ਹੁਣ ਜਿਹੜਾ ਮੈਸੇਜ ਆਉਂਦਾ ਹੈ ਨਾ, ਉਹ ਇਨ ਦਾ ਫਾਰਮ ਆਫ ਇਲੈਕਟ੍ਰੀਕਲ ਇੰਪਲਸ ਜਾਂਦਾ ਹੈ, ਐਂਡ ਜਿਹਨੂੰ ਕਿ ਆਪਾਂ ਨਰਵ ਇੰਪਲਸ ਵੀ ਕਹਿੰਦੇ ਆ। ਠੀਕ ਹੈ ਜੀ, ਇਨ ਰਿਸਪੌਂਡ ਟੂ ਐਨੀ ਸਟਿਮੁਲਾਈ। ਸੋ ਦਿਸ ਵਾਜ਼ ਆਲ ਅਬਾਊਟ ਦੀ ਚੈਪਟਰ। ਤੇ ਇਸ ਚੈਪਟਰ ਦੇ ਐਮਸੀਕਿਊਜ਼ ਤੁਹਾਨੂੰ ਵੀਡੀਓਜ਼ ਦੀ ਪਲੇਲਿਸਟ ਦੇ ਵਿੱਚ ਮਿਲ ਜਾਣਗੇ। ਤੇ ਇਫ ਯੂ ਹੈਵ ਐਨੀ ਡਾਊਟ ਦੈਨ ਪਲੀਜ਼ ਲੈਟ ਮੀ ਨੋ ਇਨ ਦੀ ਕਮੈਂਟ ਸੈਕਸ਼ਨ, ਐਂਡ ਥੈਂਕ ਯੂ ਸੋ ਮਚ।